ਅਸੀਂ ਇੱਕ ਲਕਸ਼ ਲੈ ਕੇ ਚੱਲੇ ਸੀ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ ਇਤਿਹਾਸਿਕ ਮੰਦਿਰ ਆ, ਜਿੰਨੇ ਵੀ ਸਾਡੇ ਗੁਰਦਾਸਪੁਰ ਦੇ ਇਤਿਹਾਸਿਕ ਮੰਦਿਰ ਆ, ਉਹਨਾਂ ਦੇ ਤੁਹਾਨੂੰ ਰੂਬਰੂ ਕਰਾਵਾਂਗੇ, ਉਹਨਾਂ ਦੇ ਦਰਸ਼ਨ ਕਰਾਵਾਂਗੇ। ਸੋ ਇਸੇ ਕੜੀ ਦਾ ਅਸੀਂ ਤੁਹਾਨੂੰ ਪਿੱਛੇ ਕਚਹਿਰੀ ਵਾਲੇ ਮੰਦਿਰ, ਸ਼੍ਰੀ ਰਘੁਨਾਥ ਮੰਦਿਰ ਦੇ ਦਰਸ਼ਨ ਕਰਾਏ ਆ, ਗੁਰਦਾਸਪੁਰ ਦੇ ਅਲੱਗ-ਅਲੱਗ ਮੰਦਿਰਾਂ ਦੇ ਦਰਸ਼ਨ ਕਰਾ ਰਹੇ ਹਾਂ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇਤਿਹਾਸਿਕ ਮੰਦਿਰ ਜੋ ਸਾਡੇ ਗੁਰਦਾਸਪੁਰ ਜ਼ਿਲ੍ਹੇ ਦਾ, ਗੁਰਦਾਸਪੁਰ ਪਠਾਨਕੋਟ ਜ਼ਿਲ੍ਹੇ ਦਾ ਇਤਿਹਾਸਿਕ ਮੰਦਿਰ ਹੈ ਜੀ। ਝੜੋਲੀ ਪਿੰਡ ਵਿੱਚ ਪੈਂਦਾ ਇਹ ਮੰਦਿਰ, ਜਿਹਨੂੰ ਅਸੀਂ ਚਟਪਟ ਬਣੀ ਦੇ ਨਾਲ ਵੀ ਜਾਣਿਆ ਜਾਂਦਾ ਵਾ ਜੀ। ਔਰ ਬਾਬਾ ਬਨਖੰਡੀ ਨਾਥ ਜੀ ਦੀ ਜਗ੍ਹਾ ਵੇ, ਬੜੀ ਪਵਿੱਤਰ ਜਗ੍ਹਾ ਵਾ। ਔਰ ਜਿੱਥੇ ਮੈਂ ਇਸ ਟਾਈਮ ਖੜਾ ਵਾਂ, ਇਹ ਜੰਗਲ ਜਿਹੜਾ ਵਾ ਜੀ, ਇਹਨੂੰ ਬਣੀ ਵੀ ਕਹਿੰਦੇ ਆ ਔਰ ਜੰਗਲ ਵੀ ਕਹਿੰਦੇ ਆ। ਜੰਗਲ ਜਿਹੜਾ ਵਾ, ਇਹ ਜੰਗਲ ਇਹਦਾ ਇੱਕ ਅਲੱਗ ਹੀ ਰਹੱਸ ਜੰਗਲ ਦੇ ਵਿੱਚ ਆ। ਇਸ ਜੰਗਲ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਪ੍ਰਾਪਤ ਕਰ ਸਕਿਆ ਸਹੀ ਤਰੀਕੇ ਨਾਲ, ਔਰ ਨਾ ਹੀ ਕੋਈ ਪ੍ਰਾਪਤ ਹੋਈ ਹੈ, ਕਿਉਂਕਿ ਇਹ ਜੰਗਲ ਜਿਹੜਾ ਵਾ ਇੱਕ ਪਵਿੱਤਰ ਜੰਗਲ ਆ। ਔਰ ਇੱਥੇ ਖਾਸ ਗੱਲ ਇੱਕ ਤੁਹਾਨੂੰ ਦੱਸ ਦੇਣਾ, ਅੱਜ ਮੈਂ ਸੁਣ 'ਚ ਇਹੀ ਆਇਆ ਵਾ ਵੀ ਇਸ ਜੰਗਲ ਦੀ ਲੱਕੜੀ ਜਿਹੜਾ ਬੰਦਾ ਕੱਟੇਗਾ ਜਾਂ ਕੱਟ ਕੇ ਘਰ ਖੜੇਗਾ, ਉਹਦੇ ਘਰ 'ਚ ਕਿਸੇ ਦੀ ਮ੍ਰਿਤੂ ਹੋ ਜਾਏਗੀ ਜਾਂ ਉਹਦੇ ਘਰ 'ਚ ਕੋਈ ਵੱਡਾ ਨੁਕਸਾਨ ਹੋ ਜਾਏਗਾ। ਯਾਨੀ ਕਿ ਇਸ ਜੰਗਲ ਦੀ ਲੱਕੜ ਕੱਟਣ ਵਾਲੇ ਦੀ ਮੌਤ ਹੋਣ ਦੇ ਚਾਂਸ ਜਿਹੜੇ ਆ ਬਹੁਤ ਜ਼ਿਆਦਾ ਨੇ। ਇਹ ਇੱਥੋਂ ਦੇ ਵਸਨੀਕ ਜਿਹੜੇ ਆ, ਪਿੰਡ ਵਾਸੀ ਜਿਹੜੇ ਆ, ਔਰ ਉਹਨਾਂ ਦਾ ਸਪਸ਼ਟ ਕਹਿਣਾ ਵਾ। ਔਰ ਉਹ ਕਹਿੰਦੇ ਵੀ ਇਹ ਗਰੰਟੀ ਨਾਲ ਇਸ ਚੀਜ਼ ਦੇ, ਕਿਉਂਕਿ ਇੱਥੇ ਇੱਦਾਂ ਦੇ ਹਾਦਸੇ ਕਈ ਹੋ ਚੁੱਕੇ ਨੇ, ਕਈ ਜਿਹੜੀਆਂ ਬੇਸ਼ੁਮਾਰ ਘਟਨਾਵਾਂ ਹੋ ਚੁੱਕੀਆਂ ਨੇ। ਚਟਪਟ ਬਣੀ, ਯਾਨੀ ਕਿ ਇਹ ਜੰਗਲ ਜਿਹੜਾ ਅਸੀਂ ਬਣੀ 'ਚ ਖੜੇ ਆ, ਇਸ ਜੰਗਲ ਦੀ ਮੈਂ ਤੁਹਾਨੂੰ ਕਹਾਣੀ ਦਿਖਾ ਰਿਹਾ ਵਾਂ। ਉਸ ਜੰਗਲ ਦੇ ਤੁਹਾਨੂੰ ਰੂਬਰੂ ਕਰਾ ਰਿਹਾ ਵਾਂ। ਇਸ ਜੰਗਲ 'ਚ ਥੋੜ੍ਹੀ ਕਿਤੇ ਵੈਸੇ ਆਉਂਦੇ ਵੀ ਨਹੀਂ ਲੋਕ, ਬਹੁਤ ਘੱਟ ਲੋਕ ਆ ਰਹੇ ਨੇ, ਕਿਉਂਕਿ ਇਸ ਜੰਗਲ ਦੀ ਲੱਕੜੀ ਜਿਹੜੀ ਆ, ਮੈਂ ਤੁਹਾਨੂੰ ਇੱਕ ਮੇਨ ਜਿਹੜੀ ਗੱਲ ਦੱਸ ਦੇਣਾ ਜੀ, ਇਸ ਜੰਗਲ ਦੀ ਲੱਕੜੀ ਜਿਹੜੀ ਹੈ ਉਹ ਕਿਸੇ ਵੀ ਕੰਮ ਨਹੀਂ ਆਉਂਦੀ। ਇਸ ਜੰਗਲ ਦੀ ਲੱਕੜੀ ਕੱਟ ਕੇ ਘਰ ਨਹੀਂ ਖੜ ਸਕਦਾ। ਜੇਕਰ ਇਸ ਲੱਕੜ ਨੂੰ ਘਰ ਕੋ ਕੱਟ ਕੇ ਲੈ ਜਾਏਗਾ ਤਾਂ ਇੱਥੋਂ ਦੇ ਵਸਨੀਕ ਦੱਸਦੇ ਨੇ ਵੀ ਉਹਦੇ ਘਰ 'ਚ ਕੋਈ ਨਾ ਕੋਈ ਮ੍ਰਿਤੂ ਹੋ ਸਕਦੀ ਹੈ, ਉਹ ਬੰਦੇ ਦੀ ਮ੍ਰਿਤੂ ਹੋ ਸਕਦੀ ਹੈ, ਉਹਦੇ ਘਰ 'ਚ ਕੋਈ ਵੱਡਾ ਨੁਕਸਾਨ ਹੋ ਸਕਦਾ ਵਾ। ਇਹ ਲੱਕੜ ਜਿਹੜੀ ਆ ਸਿਰਫ ਤਾਂ ਸਿਰਫ ਕਿਸ ਕੰਮ ਲਈ ਆਉਂਦੀ ਹੈ ਜੀ? ਇੱਕ ਮੁਰਦਾ ਜਲਾਉਣ ਦੇ, ਦੂਸਰਾ ਇਹ ਲੱਕੜ ਜਿਹੜੀ ਆ ਬਾਬਾ ਜੀ ਦੇ ਧੂਣੇ 'ਚ ਇਸਤੇਮਾਲ ਕੀਤੀ ਜਾਂਦੀ ਹੈ। ਇਸ ਪਵਿੱਤਰ ਜਗ੍ਹਾ 'ਤੇ ਜਿਹੜਾ ਬਾਬਾ ਜੀ ਦਾ ਧੂਣਾ ਬਲਦਾ ਵਾ, ਉਹਦੇ ਵਿੱਚ ਹੀ ਇਹ ਲੱਕੜ ਜਿਹੜੀ ਇਸਤੇਮਾਲ ਕੀਤੀ ਜਾਂਦੀ ਹੈ। ਹੋਰ ਕਿਤੇ ਵੀ ਇਹ ਲੱਕੜ ਜਿਹੜੀ ਇਸਤੇਮਾਲ ਨਹੀਂ ਕੀਤੀ ਜਾਂਦੀ। ਜਾਂ ਇਹ ਸ਼ਮਸ਼ਾਨ ਘਾਟ 'ਚ ਵਰਤੀ ਜਾਂਦੀ ਹੈ। ਜਦੋਂ ਇਨਸਾਨ ਦੀ ਮ੍ਰਿਤੂ ਹੋ ਜਾਂਦੀ ਆ ਤਾਂ ਉਹਦਾ ਅੰਤਿਮ ਸੰਸਕਾਰ ਜਦੋਂ ਹੁੰਦਾ ਵਾ, ਉਸ ਸੰਸਕਾਰ ਵਿੱਚ ਇਹ ਲੱਕੜ ਵਰਤੀ ਜਾਂਦੀ ਹੈ। ਇੱਥੇ ਇੱਕ ਗੱਲ ਹੋਰ ਵੀ ਹੈਗੀ ਜੀ, ਕਹਿੰਦੇ ਵੀ ਇਹ ਲੱਕੜ ਜਦੋਂ ਤੁਸੀਂ ਕਿਤੇ ਜਲਾ ਕੇ ਦੇਖੋ ਤਾਂ ਇਹਦੇ ਵਿੱਚੋਂ ਮੁਰਦੇ ਦੀ ਸਮੈਲ ਹੁੰਦੀ ਹੈ ਜੀ। ਇਹਦੇ ਦੀਆਂ ਜਿਹੜੀਆਂ ਕਹਾਣੀਆਂ ਬੇਸ਼ੁਮਾਰ ਨੇ ਇਸ ਜੰਗਲ ਦੇ ਨਾਲ। ਔਰ ਇਹ ਵਿਸ਼ਾਲ ਜੰਗਲ ਹੈ ਜੀ, ਤੁਸੀਂ ਯਕੀਨ ਮੰਨਿਓ, ਬਹੁਤ ਹੀ ਜ਼ਿਆਦਾ ਸੰਘਣਾ ਜੰਗਲ ਹੈ। ਔਰ ਇਸ ਜੰਗਲ ਨੂੰ ਆਰ ਪਾਰ ਕਰਨਾ ਬਹੁਤ ਹੀ ਔਖਾ ਜੀ। ਇਹਨੂੰ ਤੁਸੀਂ ਪਾਰ ਜਾਣੀ ਕਿ ਇੱਥੋਂ ਇੱਕ ਸਾਈਡ ਤੋਂ ਜਾ ਕੇ ਦੂਸਰੀ ਸਾਈਡ ਨਹੀਂ ਕ੍ਰਾਸ ਕਰ ਸਕਦੇ। ਹਾਂ, ਕੁਛ ਮਾਤਰਾ 'ਚ ਥੋੜ੍ਹੀ ਜਗ੍ਹਾ ਰਸਤਾ ਬਣਿਆ ਵਾ, ਬਾਕੀ ਰਸਤਾ ਇਹਦੇ ਜੰਗਲ 'ਚ ਕੋਈ ਨਹੀਂ ਹੈਗਾ। ਔਰ ਇਸ ਜੰਗਲ ਦੇ ਵਿੱਚ ਅਸੀਂ ਆਏ ਹਾਂ, ਤੁਹਾਡੇ ਲਈ ਆਏ ਹਾਂ, ਕਿਉਂਕਿ ਅਸੀਂ ਇੱਕ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਆਪਾਂ ਤੁਹਾਨੂੰ ਆਪਣੇ ਜ਼ਿਲ੍ਹੇ ਦੇ ਜਿੰਨੇ ਵੀ ਇਤਿਹਾਸਿਕ ਮੰਦਿਰ ਆ ਉਹਨਾਂ ਦੇ ਰੂਬਰੂ ਕਰਾਵਾਂਗੇ, ਉਹਨਾਂ ਦੇ ਦਰਸ਼ਨ ਕਰਾਵਾਂਗੇ। ਸੋ ਇਸ ਸੋਚ ਨੂੰ ਲੈ ਕੇ ਅਸੀਂ ਆਏ ਹਾਂ ਵੀ ਅੱਜ ਤੁਹਾਨੂੰ ਅਸੀਂ ਗੁਰਦਾਸਪੁਰ ਦਾ ਇਤਿਹਾਸਿਕ ਮੰਦਿਰ ਔਰ ਇਹ ਇਤਿਹਾਸਿਕ ਜੰਗਲ ਤੁਹਾਨੂੰ ਦਿਖਾਈਏ। ਸੋ ਅਸੀਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਵੀ ਤੁਸੀਂ ਆਪਣੇ ਘਰਾਂ 'ਚ ਰਹੋ, ਘਰਾਂ 'ਚ ਬੈਠੋ, ਅਸੀਂ ਤੁਹਾਡੇ ਵਾਸਤੇ ਖੜੇ ਹਾਂ। ਅਸੀਂ ਤੁਹਾਡੇ ਵਾਸਤੇ ਹਰੇਕ ਜਗ੍ਹਾ 'ਤੇ ਜਾਵਾਂਗੇ ਔਰ ਇਸ ਜੰਗਲ 'ਚ ਤੁਹਾਨੂੰ ਅਸੀਂ ਲੈ ਕੇ ਆਏ ਹਾਂ। ਸਾਡੀ ਕੋਸ਼ਿਸ਼ ਇਹੀ ਆ ਵੀ ਅਸੀਂ ਤੁਹਾਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਹਰੇਕ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਾਈਏ, ਉਹਨਾਂ ਦੇ ਰੂਬਰੂ ਕਰਾਈਏ, ਕਿਉਂਕਿ ਇਹ ਔਖੀ ਘੜੀ ਜਿਹੜੀ ਚੱਲਦੀ ਪਈ ਆ। ਇਹਦੇ ਵਿੱਚ ਦੇਖੋ ਸਰਕਾਰਾਂ ਨੇ ਵੀ ਵਾਅਦੇ ਕੀਤੇ ਔਰ ਅਸੀਂ ਵੀ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ, ਅਪੀਲ ਕਰ ਰਹੇ ਹਾਂ ਵੀ ਆਪਣੇ ਘਰਾਂ 'ਚੋਂ ਬਾਹਰ ਨਾ ਨਿਕਲੋ, ਆਪਣੇ ਘਰਾਂ 'ਚ ਰਹੋ। ਅਸੀਂ ਤੁਹਾਡੇ ਲਈ ਬੈਠੇ ਹੋਏ ਹਾਂ। ਅਸੀਂ ਤੁਹਾਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ ਇਤਿਹਾਸਿਕ ਸਥਾਨ ਆ, ਮੰਦਿਰ ਆ, ਗੁਰਦੁਆਰੇ ਆ, ਜਿੰਨੇ ਵੀ ਸਾਡੇ ਧਾਰਮਿਕ ਸਥਾਨ ਆ, ਸਾਰਿਆਂ ਦੇ ਦਰਸ਼ਨ ਕਰਾਵਾਂਗੇ। ਵਾਰੀ-ਵਾਰੀ ਹਰੇਕ ਧਾਰਮਿਕ ਸਥਾਨ ਦੇ ਦਰਸ਼ਨ ਕਰਾਵਾਂਗੇ, ਪਰ ਤੁਸੀਂ ਆਪਣੇ ਘਰਾਂ 'ਚ ਰਹੋ, ਕਿਉਂਕਿ ਸਰਕਾਰ ਦੇ ਹੁਕਮਾਂ ਦੀ ਆਪਾਂ ਪਾਲਣਾ ਕਰਨੀ ਆ, ਜੋ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਮੈਂ ਤੁਹਾਨੂੰ ਅੱਗੇ ਵੀ ਜੰਗਲ 'ਚ ਲੈ ਕੇ ਚੱਲਦਾ ਜੇ, ਅਗਾਂਹ ਦੇ ਵੀ ਤੁਹਾਨੂੰ ਦਰਸ਼ਨ ਕਰਾਉਣਾ ਵਾ। ਔਰ ਇਸ ਜੰਗਲ ਦੀ ਜਿਹੜੀ ਕਹਾਣੀ ਹੈ ਉਹ ਵੀ ਤੁਹਾਨੂੰ ਮੈਂ ਲਗਾਤਾਰ ਤੁਹਾਨੂੰ ਕਹਾਣੀ ਦੱਸਦਾ ਰਹਾਂਗਾ। ਇਸ ਜੰਗਲ ਦੀ ਮੈਂ ਦੱਸਾਂਗਾ। ਦੇਖੋ ਲੱਕੜ ਜਿਹੜੀ ਹੈ, ਔਰ ਤੁਸੀਂ ਯਕੀਨ ਮੰਨਿਓ ਵੀ ਇਹ ਬ੍ਰਿਕਸ਼ ਜਿਹੜੇ ਆ, ਇਹ ਮੈਂ ਗਰੰਟੀ ਨਾਲ ਕਹਿਣਾ ਵਾ, ਦੇਖੋ ਮੇਰੀ ਵੀ ਇੰਨੀ ਉਮਰ ਹੋ ਗਈ ਹੈ, ਮੈਂ ਗਰੰਟੀ ਨਾਲ ਕਹਿਣਾ ਵੀ ਇਹ ਬ੍ਰਿਕਸ਼ ਜਿਹੜੇ ਆ ਮੈਂ ਆਪਣੀ ਲਾਈਫ 'ਚ ਨਹੀਂ ਦੇਖੇ। ਸਾਡੇ ਗੁਰਦਾਸਪੁਰ ਜ਼ਿਲ੍ਹੇ ਕੀ ਪੂਰੇ ਪੰਜਾਬ ਵਿੱਚ ਮੈਂ ਇਹ ਬ੍ਰਿਕਸ਼ ਨਹੀਂ ਦੇਖੇ ਕਿਤੇ। ਔਰ ਇਹ ਤਕਰੀਬਨ ਜਿਹੜੇ ਬ੍ਰਿਕਸ਼ ਜਿਹੜੇ ਆ ਹਿਮਾਲਿਆ ਜਾਂ ਪਹਾੜੀ ਇਲਾਕਿਆਂ ਵਿੱਚ ਜਿਹੜੇ ਬ੍ਰਿਕਸ਼ ਪਾਏ ਜਾਂਦੇ ਆ, ਜਿਹੜੇ ਬ੍ਰਿਕਸ਼ ਸਾਡੇ ਗੁਰਦਾਸਪੁਰ ਸ਼ਹਿਰ ਵਿੱਚ ਇੱਕ ਵਿਸ਼ਾਲ ਜੰਗਲ ਦੇ ਰੂਪ ਵਿੱਚ ਨੇ। ਔਰ ਇੱਥੇ ਖਾਸ ਗੱਲ ਇੱਕ ਹੋਰ ਵੀ ਹੈਗੀ ਹੈ ਜੀ, ਇਸ ਜੰਗਲ ਦੀ ਦੱਸਦੇ ਆ ਵੀ ਅੱਜ ਤੱਕ ਕੋਈ ਮਿਹਨਤ ਹੀ ਨਹੀਂ ਕਰ ਪਾਇਆ। ਦੇਖੋ ਕਹਿੰਦੇ ਵੀ ਬਹੁਤ ਜ਼ਿਆਦਾ ਇੱਥੇ ਪਟਵਾਰੀ ਗਰਦੌਰ ਕਈ ਇੱਥੇ ਆਏ ਆ, ਪਰ ਇਸ ਜੰਗਲ ਦੀ ਮਿਹਨਤ ਨਹੀਂ ਕਰ ਪਾਏ। ਜੇ ਇੱਕ ਸਾਈਡ ਤੋਂ ਮਿਹਨਤ ਕਰਦੇ ਆ ਤਾਂ ਦੂਸਰੀ ਸਾਈਡ ਤੋਂ ਘੱਟ ਜਾਂਦੀ ਆ, ਜਾਂ ਦੂਸਰੀ ਸਾਈਡ ਤੋਂ ਕਰਦੇ ਆ ਤਾਂ ਇੱਕ ਸਾਈਡ ਤੋਂ ਵੱਧ ਜਾਂਦੀ, ਯਾਨੀ ਕਿ ਵੱਧਦੀ ਘੱਟਦੀ ਆ, ਮਿਹਨਤ ਪ੍ਰੋਪਰਲੀ ਨਹੀਂ ਹੁੰਦੀ। ਇਹ ਬਹੁਤ ਹੀ ਪਵਿੱਤਰ ਸਥਾਨ ਹੈ ਜੀ, ਪਵਿੱਤਰ ਜਗ੍ਹਾ ਵਾ। ਔਰ ਅਸੀਂ ਵੀ ਤੁਹਾਨੂੰ ਬੇਨਤੀ ਕਰਾਂਗੇ ਵੀ ਜਦੋਂ ਦੇਖੋ ਜੀ ਇਹ ਜਿਹੜਾ ਮਾਹੌਲ ਤਾਂ ਠੀਕ ਹੁੰਦਾ ਵਾ, ਕਰੋਨਾ ਵਾਇਰਸ ਤੋਂ ਥੋੜ੍ਹੀ ਸ਼ਾਂਤੀ ਮਿਲਦੀ ਆ, ਤਾਂ ਤੁਸੀਂ ਆਪਣੇ ਘਰਾਂ 'ਚੋਂ ਬਾਹਰ ਆਓ ਔਰ ਪ੍ਰਭੂ ਦੇ ਗੁਣਗਾਨ ਕਰਨ ਵਾਸਤੇ ਇਸ ਪਵਿੱਤਰ ਸਥਾਨ 'ਤੇ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ। ਔਰ ਇਸ ਜੰਗਲ ਨੂੰ ਵੀ ਆ ਕੇ ਕਰੋ, ਇਹਦੇ ਦਰਸ਼ਨ ਕਰੋ, ਕਿਉਂਕਿ ਜ਼ਰੂਰੀ ਨੇ। ਮੈਂ ਤੁਹਾਨੂੰ ਪਿੱਛੇ ਦਿਖਾਉਂਦਾ ਵਾਂ ਜਿੱਥੇ ਬਾਬਾ ਜੀ ਭਗਤੀ ਵੀ ਕਰਦੇ ਹੁੰਦੇ ਸੀ, ਔਰ ਇੱਥੇ ਅੱਜ ਵੀ ਲੋਕ ਜਿਹੜੇ ਆ ਪਾਠ ਪੂਜਾ ਕਰਨ ਵਾਸਤੇ ਆਉਂਦੇ ਨੇ। ਬੜੇ ਹੀ ਪਵਿੱਤਰ ਜਗ੍ਹਾ ਹੈ। ਜੰਗਲ ਦੇ ਵਿੱਚ ਇੱਕ ਛੋਟਾ ਜਿਹੜਾ ਮੰਦਿਰ ਬਣਾਇਆ ਦਾ ਜੀ, ਔਰ ਇੱਥੇ ਜਿਹੜੀ ਪਾਠ ਪੂਜਾ ਹੁੰਦੀ ਹੈ
ਔਰ ਇੱਥੇ ਬਾਬਾ ਜੀ ਆਉਂਦੇ ਆ, ਬਾਬਾ ਜੀ ਜਿਹੜੇ ਇੱਥੇ ਆ ਕੇ ਪਾਠ ਪੂਜਾ ਕਰਦੇ ਨੇ। ਇਸ ਤੋਂ ਇਲਾਵਾ ਇੱਥੇ ਕੋਈ ਵੀ ਜੰਗਲ 'ਚ ਨਹੀਂ ਆਉਂਦਾ ਜੀ, ਜਾਂ ਜੇਕਰ ਜੰਗਲ 'ਚ ਕੋਈ ਆਏ ਵੀ ਤਾਂ ਬਾਬਾ ਜੀ ਦੀ ਅਨੁਮਤੀ ਲੈ ਕੇ ਆਉਣਾ ਪੈਂਦਾ ਹੈ, ਉਹਨਾਂ ਦੀ ਆਗਿਆ ਲੈ ਕੇ ਆਉਣਾ ਪੈਂਦਾ ਹੈ। ਔਰ ਖਾਸ ਕਰਕੇ ਦੇਖੋ ਹਦਾਇਤਾਂ ਨੇ ਇੱਥੇ ਜੰਗਲ ਦੇ ਵਿੱਚ ਵੀ ਇਹਦੀ ਲੱਕੜੀ ਜਿਹੜੀ ਆ ਕੋਈ ਕੱਟ ਕੇ ਨਾ ਖੜੇ, ਕਿਉਂਕਿ ਲੱਕੜੀ ਕੱਟਣ ਦੇ ਮੈਂ ਤੁਹਾਨੂੰ ਫਿਰ ਦੱਸ ਦਿੰਦਾ ਵੀ ਇਸ ਜੰਗਲ ਦੀ ਲੱਕੜੀ ਕੱਟਣ ਦੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਜੀ। ਇੱਥੋਂ ਦੇ ਵਸਨੀਕ ਦੱਸਦੇ ਨੇ ਵੀ ਜੇਕਰ ਇਸ ਜੰਗਲ ਦੀ ਕੋਈ ਲੱਕੜ ਕੱਟ ਕੇ ਖੜਦਾ ਵਾ ਤਾਂ ਉਸ ਬੰਦੇ ਦੀ ਜਾਂ ਉਸ ਦੇ ਘਰ ਵਿੱਚ ਕਿਸੇ ਦੀ ਮੌਤ ਹੋ ਸਕਦੀ ਹੈ ਔਰ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ। ਇਹ ਲੱਕੜ ਕਿਸ ਕੰਮ ਲਈ ਇਸਤੇਮਾਲ ਹੁੰਦੀ ਹੈ ਜੀ? ਸਿਰਫ ਤਾਂ ਸਿਰਫ ਮੁਰਦਾ ਜਲਾਉਣ ਦੇ ਕੰਮ ਹੁੰਦੀ ਹੈ ਜੀ, ਯਾਨੀ ਕਿ ਜਦੋਂ ਇਨਸਾਨ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਵਾ ਉਦੋਂ ਕੰਮ ਹੁੰਦੀ ਹੈ, ਜਾਂ ਬਾਬਾ ਜੀ ਦੇ ਧੂਣੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਹੋਰ ਕਿਸੇ ਵੀ ਕੰਮ 'ਚ ਇਹ ਲੱਕੜ ਦਾ ਇਸਤੇਮਾਲ ਨਹੀਂ ਹੁੰਦਾ। ਸੋ ਮੈਂ ਤੁਹਾਨੂੰ ਇਹ ਜੰਗਲ ਦਾ ਪੂਰਾ ਤੁਹਾਨੂੰ ਮੈਂ ਦਿਖਾਇਆ ਵਾ, ਜੰਗਲ ਦੀ ਕਹਾਣੀ ਦਿਖਾਈ ਹੈ। ਬਾਬਾ ਜੀ ਦਾ ਤੁਹਾਨੂੰ ਗੱਲਬਾਤ ਕਰਨੇ ਬਾਬਾ ਜੀ ਤੋਂ ਵੀ ਪੁੱਛਦੇ ਹਾਂ ਵੀ ਇਸ ਜੰਗਲ ਦਾ ਹੋਰ ਕੀ ਮਹੱਤਵ ਨੇ, ਔਰ ਬਾਬਾ ਜੀ ਦਾ ਧੂਣਾ ਵੀ ਤੁਹਾਨੂੰ ਦਿਖਾਉਣਾ ਵਾ ਜਿੱਥੇ ਇਹ ਲੱਕੜ ਦਾ ਇਸਤੇਮਾਲ ਕੀਤਾ ਜਾਂਦਾ ਵਾ। ਜੀ ਕਮੇਟੀ ਦੇ ਪ੍ਰਧਾਨ ਜਿਹੜੇ ਉਹਨਾਂ ਨਾਲ ਗੱਲ ਕਰਦੇ ਆ, ਉਹਨਾਂ ਤੋਂ ਜਾਣਦੇ ਆ ਵੀ ਇਸ ਮੰਦਿਰ ਦਾ ਇਤਿਹਾਸ ਕੀ ਆ, ਇਸ ਜੰਗਲ ਦਾ ਇਤਿਹਾਸ ਕੀ ਹੈ। ਪ੍ਰਧਾਨ ਜੀ ਦੱਸੋ ਮੈਨੂੰ ਜੰਗਲ ਦਾ ਇਤਿਹਾਸ ਕੀ ਹੈ ਜੀ? ਇਹ ਸਿੱਧ ਬਾਬਾ ਬਨਖੰਡੀ ਨਾਥ ਮਹਾਰਾਜ ਜੀ ਦਾ ਮੰਦਿਰ ਹੈ ਜੀ, ਤੇ ਇਹਨਾਂ ਦਾ ਜੰਗਲ ਹੈ ਜਿਹੜਾ ਬਹੁਤ ਵੱਡਾ ਹੈ, ਵਿਸ਼ਾਲ ਹੈ। ਤੇ ਇਸ ਦੀ ਲੱਕੜੀ ਜਿਹੜੀ ਹੈ ਕੋਈ ਨਹੀਂ ਤੋੜਦਾ, ਜੇ ਕੋਈ ਕੱਟ ਕੇ ਉਹਨੂੰ ਆਪਣੇ ਘਰ ਵਿੱਚ ਲੈ ਕੇ ਜਾਂਦਾ ਤੇ ਉਹਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਤੇ ਇਸ ਜੰਗਲ ਦੀ ਲੱਕੜੀ ਜਿਹੜੀ ਬਾਬਾ ਜੀ ਦੇ ਧੂਣਾ ਦੇ ਇਸਤੇਮਾਲ ਹੁੰਦੀ ਹੈ। ਤੇ ਬਾਕੀ ਇਹ ਮੰਦਿਰ ਤੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ, ਹਜ਼ਾਰਾਂ ਦੀ ਤਾਦਾਦ ਤੇ। ਜੂਨ ਮਹੀਨੇ ਇੱਥੇ ਬਹੁਤ ਵੱਡਾ ਮੇਲਾ ਹੁੰਦਾ ਹੈ ਜੀ, ਉਹਦੇ ਵਿੱਚ ਬਹੁਤ ਜ਼ਿਆਦਾ ਪਬਲਿਕ ਆਉਂਦੀ ਹੈ ਤੇ ਇੱਥੇ ਆਪਣੀ ਮਨੋਕਾਮਨਾ ਜਿਹੜੀ ਹਰ ਇੱਕ ਦੀ ਪੂਰੀ ਹੁੰਦੀ ਹੈ। ਅੱਛਾ ਪ੍ਰਧਾਨ ਜੀ, ਇਹ ਲੱਕੜੀ ਜਿਹੜੀ ਕੱਟ ਕੇ ਖੜਦਾ ਘਰ ਕੋਈ, ਉਹਦੇ ਘਰ ਦੱਸਿਆ ਕਿ ਉਹਦੀ ਮੌਤ ਵੀ ਹੋ ਜਾਂਦੀ ਹੈ ਜੀ? ਹਾਂਜੀ ਬਿਲਕੁਲ ਸੱਚ ਹੈ ਜੀ। ਇਹ ਤੇ ਉਹ ਤੋੜ ਕੇ ਖੜ ਨਹੀਂ ਸਕਦਾ ਜੀ? ਨਹੀਂ ਜੀ ਨਹੀਂ। ਇਹ ਕਿਹੜੇ ਕੰਮ 'ਚ ਹੁੰਦੀ ਹੈ ਜੀ? ਇਹ ਸਿਰਫ ਬਾਬਾ ਜੀ ਦੇ ਧੂਣਾ ਹੈ, ਇੱਥੇ ਉਹਨਾਂ ਦੇ ਧੂਣੇ ਦੇ ਜਲਾਉਣ ਵਾਸਤੇ ਕੰਮ ਆਉਂਦੀ ਹੈ। ਤੇ ਉਹ ਧੂਣੇ ਦੀ ਜਿਹੜੀ ਵਿਭੂਤੀ ਬਣਦੀ ਹੈ ਉਹ ਭਗਤਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਹੈ। ਔਰ ਜਾਂ ਇੱਥੇ ਸੰਸਕਾਰ ਵਾਸਤੇ ਵੀ ਕੰਮ ਹੁੰਦੀ ਹੈ? ਹਾਂਜੀ, ਜਾਂ ਸਾਡੇ ਪਿੰਡ ਝੜੋਲੀ ਦੇ ਵਿੱਚ ਜੋ ਕੋਈ ਸੰਸਕਾਰ ਜਿੱਥੇ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਉਹਦੇ ਸੰਸਕਾਰ ਦੇ ਵਾਸਤੇ ਉਹ ਲੱਕੜੀ ਇਸਤੇਮਾਲ ਕੀਤੀ ਜਾਂਦੀ ਹੈ। ਬਿਲਕੁਲ ਬਿਲਕੁਲ ਪ੍ਰਧਾਨ ਜੀ ਨੇ ਸਹੀ ਕਿਹਾ ਵੀ ਇਸ ਜੰਗਲ ਦੀ ਲੱਕੜੀ ਜਿਹੜੀ ਹੈ ਜੀ ਸਿਰਫ ਤਾਂ ਸਿਰਫ ਸੰਸਕਾਰ ਦੇ ਕੰਮ ਹੁੰਦੀ ਹੈ, ਜਾਂ ਬਾਬਾ ਜੀ ਦਾ ਜਿਹੜਾ ਤੁਹਾਨੂੰ ਦੱਸਿਆ ਧੂਣਾ ਦਿਖਾਇਆ ਪਵਿੱਤਰ ਧੂਣਾ, ਇਸ ਧੂਣੇ ਵਿੱਚ ਕੰਮ ਹੁੰਦੀ ਹੈ। ਇਸ ਤੋਂ ਇਲਾਵਾ ਇਹ ਲੱਕੜ ਕਿਤੇ ਵੀ ਕੰਮ ਨਹੀਂ ਹੁੰਦੀ ਜੀ। ਔਰ ਇਹ ਵਿਸ਼ਾਲ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਾਏ ਆ, ਔਰ ਅਗਾਂਹ ਵੀ ਸਾਡੀ ਕੋਸ਼ਿਸ਼ ਹੋਏਗੀ ਵੀ ਇਸ ਤੋਂ ਬਾਅਦ ਅਸੀਂ ਤੁਹਾਨੂੰ ਹੋਰ ਵੀ ਕਿਸੇ ਵਿਸ਼ਾਲ ਮੰਦਿਰ ਦੇ ਦਰਸ਼ਨ ਕਰਾਵਾਂਗੇ ਜੀ। ਜਿਸ ਤਰ੍ਹਾਂ ਅਸੀਂ ਇੱਕ ਸੋਚ ਲੈ ਕੇ ਚੱਲੇ ਸੀ ਵੀ ਗੁਰਦਾਸਪੁਰ ਪਠਾਨਕੋਟ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਉਹਨਾਂ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਔਰ ਅਸੀਂ ਤੁਹਾਨੂੰ ਅਪੀਲ ਕੀਤੀ ਸੀ ਵੀ ਇਸ ਔਖੀ ਘੜੀ 'ਚ ਤੁਸੀਂ ਆਪਣੇ ਘਰਾਂ 'ਚ ਰਹੋ, ਸਾਡੀ ਡਿਊਟੀ ਲੱਗੀ ਆ, ਅਸੀਂ ਤੁਹਾਨੂੰ ਘਰ ਬੈਠੇ ਹੀ ਆਪਣੇ ਧਾਰਮਿਕ ਸਥਾਨ ਜਿੰਨੇ ਵੀ ਸਾਡੇ ਇਲਾਕੇ ਦੇ ਉਹਨਾਂ ਦੇ ਦਰਸ਼ਨ ਕਰਾਵਾਂਗੇ। ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਆ, ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ ਤੇ ਆਪਣੇ ਘਰਾਂ ਵਿੱਚ ਰਹੋ। ਬਨਖੰਡੀ ਧਾਮ ਤੁਹਾਨੂੰ ਲੈ ਕੇ ਆਏ ਆ, ਬਾਬਾ ਜੀ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ, ਦਰਬਾਰ ਦੇ ਦਰਸ਼ਨ ਕਰਾ ਰਹੇ ਹਾਂ। ਇਹ ਪਵਿੱਤਰ ਦਰਬਾਰ ਜਿਹੜਾ ਵਾ ਬਹੁਤ ਹੀ ਪ੍ਰਸਿੱਧ ਦਰਬਾਰ ਹੈ ਜੀ, ਉਹ ਇਤਿਹਾਸਿਕ ਦਰਬਾਰ ਆ। ਸੰਗਤਾਂ ਦੂਰ ਦੂਰ ਤੋਂ ਇੱਥੇ ਆਉਂਦੀਆਂ ਨੇ, ਹਜ਼ਾਰਾਂ ਦੀ ਗਿਣਤੀ ਨਾਲ ਸ਼ਰਧਾਲੂ ਆਉਂਦੇ ਨੇ ਔਰ ਆਪਣੀਆਂ ਮਨੋਕਾਮਨਾ ਜਿਹੜੀਆਂ ਹੁੰਦੀਆਂ ਪੂਰਨ ਹੁੰਦੀਆਂ ਨੇ। ਚਰਚ ਪਵਿੱਤਰ ਸ਼ਿਵਲਿੰਗ ਵੀ ਹੈ ਸਥਾਪਿਤ ਹੈ, ਅਲੱਗ-ਅਲੱਗ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਸਥਾਪਿਤ ਨੇ ਇਸ ਦਰਬਾਰ 'ਚ। ਬਹੁਤ ਹੀ ਸੁੰਦਰ ਦਰਬਾਰ ਹੈ ਜੀ। ਉਹ ਜੰਗਲ ਉੜਦਾ ਆਇਆ ਹੈ ਜੀ। ਠੀਕ ਹੈ। ਇਹ ਸਦੀਆਂ ਦਾ ਨਹੀਂ ਸਾਨੂੰ ਯਾਦ ਵੀ ਕਿ ਮਤਲਬ ਕਦੋਂ ਦੀ ਹੈ, ਤੇ ਅਸੀਂ ਸਾਡੇ ਮਤਲਬ ਦਾਦੇ ਬਾਬਿਆਂ ਤੋਂ ਪਹਿਲੇ ਦੇ ਹੈ। ਜਦੋਂ ਇਹ ਮਤਲਬ ਇੱਥੇ ਨੀਂਹ ਪੱਥਰ ਰੱਖਣੇ ਲੱਗਦੇ, ਸਾਡੇ ਕੋਈ ਪੜਬਾਬਾ ਜੀ ਨਾ ਉਹਨਾਂ ਨੇ ਭੱਠਾ ਲਗਾਇਆ ਖੁਦ ਆਪਣੀ ਪੈਲੀ ਵਿੱਚ, ਤੇ ਆਪਣੇ ਸਿਰ ਤੇ ਚੁੱਕ ਕੇ ਉਹਨਾਂ ਨੇ ਇੱਟਾਂ ਇੱਥੇ ਰੱਖੀਆਂ ਤੇ ਇਹਨਾਂ ਦੀ ਆਸ਼ੀਰਵਾਦ ਕੀਤੀ ਹੈ। ਹੁਣ ਤੇ ਮੇਰਾ ਨਾ ਉਹਨਾਂ ਦੀਆਂ ਜੰਗਲ ਜਿਹੜਾ ਰਾਤੋਂ ਰਾਤ ਉੱਡ ਕੇ ਆਇਆ ਜੀ? ਰਾਤੋਂ ਰਾਤ ਆਇਆ। ਹਾਂਜੀ। ਇਹਦੇ ਜੰਗਲ ਦੀ ਕਿਤੇ ਲੱਕੜ ਕੋਈ ਕੱਟ ਕੇ ਖੜੀ ਤੁਸੀਂ ਮ੍ਰਿਤੂ ਹੋ ਜਾਂਦੀ ਹੈ? ਹਾਂਜੀ। ਕੀ ਮਤਲਬ ਇਹਦੇ 'ਚ ਸ਼ਕਤੀ ਇਹ ਹੈ, ਇੱਕ ਸਿਰਫ ਬਾਕੀ ਦਰਖਤ ਹੋਰ ਇੱਕ ਕਿੱਕਰ ਦਾ ਦਰਖਤ ਨਹੀਂ ਹੋਏਗਾ ਇਸमें। ਠੀਕ ਹੈ ਜੀ। ਤੇ ਦੂਸਰੇ ਨੰਬਰ ਤੇ ਇਹ ਆਣੀ ਹੈ ਮਤਲਬ ਕੋਈ ਖਤਮ ਹੋ ਜਾਂਦਾ ਉਹਦੇ ਕੰਮ, ਅਸੀਂ ਚੁੱਲ੍ਹੇ 'ਚ ਨਹੀਂ ਬਾਲ ਸਕਦੇ, ਕੋਈ ਹੋਰ ਪ੍ਰਯੋਗ ਨਹੀਂ ਕਰ ਸਕਦੇ ਇਹਦਾ, ਤੇ ਇਹ ਇਸ ਵਾਸਤੇ। ਇਸ ਤੋਂ ਇਲਾਵਾ ਵੀ ਜਿਹੜਾ ਇਹ ਦਰਬਾਰ 'ਚ ਤੁਹਾਨੂੰ ਮੈਂ ਦਰਸ਼ਨ ਕਰਾਉਣਾ ਬਾਬਾ ਜੀ ਦੇ, ਇਹ ਬਾਬਾ ਜੀ ਦਾ ਮੇਨ ਦਰਬਾਰ ਹੈ ਜੀ, ਬਾਬਾ ਬਨਖੰਡੀ ਨਾਥ ਜੀ ਦਾ ਇਹ ਦਰਬਾਰ ਜਿਹਦੇ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਜੀ। ਇਹ ਪਵਿੱਤਰ ਦਰਬਾਰ ਹੈ। ਇਹ ਸਾਹਮਣੇ ਤੁਸੀਂ ਦਰਸ਼ਨ ਕਰੋ ਬਾਬਾ ਬਨਖੰਡੀ ਧਾਮ ਜੀ ਦੇ। ਇਹ ਬਾਬਾ ਬਨਖੰਡੀ ਧਾਮ, ਬਾਬਾ ਜੀ ਦੇ ਦਰਸ਼ਨ ਕਰੋ। ਸਾਖਸ਼ਾਤ ਇਤਿਹਾਸਿਕ ਮੰਦਿਰ ਬਾਬਾ ਬਨਖੰਡੀ ਧਾਮ, ਝੜੋਲੀ ਪਿੰਡ ਜੀ। ਮਾਤਾ ਜੀ ਤੁਸੀਂ ਆਪਾਂ ਖੜੇ ਆ ਬਾਬਾ ਬਨਖੰਡੀ ਧਾਮ ਦਰਬਾਰ 'ਚ, ਔਰ ਇੱਥੇ ਵਸਨੀਕ ਜਿਹੜੇ ਨੇ ਉਹਨਾਂ ਨਾਲ ਗੱਲ ਕਰਦੇ, ਉਹਨਾਂ ਨੂੰ ਜਾਣਦੇ ਹਾਂ ਵੀ ਬਾਬਾ ਜੀ ਦਾ ਇਤਿਹਾਸ ਕੀ ਹੈ ਜੀ। ਕੀ ਇਤਿਹਾਸ ਹੈ ਭਾਜੀ ਮੰਦਿਰ ਦਾ? ਇਤਿਹਾਸ ਸਾਡੇ ਜਿਹੜੇ ਪੁਰਾਣੇ ਪੁਰਖ ਨੇ, ਬਜ਼ੁਰਗ ਨੇ, ਉਹਨਾਂ ਦੱਸਿਆ ਵੀ ਇਹ 300-400 ਈਸਵੀ ਦੇ ਦੌਰਾਨ ਬਾਬਾ ਜੀ ਆਏ ਨੇ ਇੱਥੇ ਬਿਰਾਜਮਾਨ ਹੋਏ ਨੇ। ਅਤੇ ਇੱਥੇ ਉਹਨਾਂ ਨੇ ਜਿੱਥੇ ਆਪਣਾ ਡੇਰਾ ਲਾਇਆ, ਇੱਥੇ ਡੇਰਾ ਲਾਉਣ ਦੇ ਬਾਅਦ ਜਿਹੜੇ ਪਿੰਡ ਦੇ ਵਸਨੀਕ ਨੇ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਹੋਇਆ। ਉਹਨਾਂ ਨੇ ਬਾਬੇ ਉਹਨਾਂ ਨੂੰ ਮਾਰ ਕੁੱਟ ਕੇ ਇੱਥੋਂ ਬਾਹਰ ਕੱਢ ਦਿੱਤਾ।
ਤੇ ਬਾਬੇ ਹੁਣਾਂ ਨੇ ਕਰੋਚ ਆ ਕੇ ਤੇ ਇੱਕ ਜੰਗਲ ਨੂੰ ਡਾ ਕੇ ਇਹ ਜਗ੍ਹਾ ਤੇ ਜੀ ਵਿਰਾਜਮਾਨ ਕਰ ਦਿੱਤਾ। ਹਾਂਜੀ ਅੱਛਾ ਇੱਕ ਚੀਜ਼ ਹੋਰ ਮੈਨੂੰ ਦੇਖਣ ਨੂੰ ਇੱਥੇ ਆਈ ਹੈ ਜੀ, ਇਹ ਵਿਸ਼ਾਲ ਜਿਹੜਾ ਜੰਗਲ ਹੈ ਜੀ, ਇਹਦੀ ਕਹਿੰਦੇ ਲੱਕੜੀ ਕੱਟਣ ਦੇ ਜਾਂ ਖੜਦਾ ਉਹਦੀ ਮ੍ਰਿਤੂ ਹੋ ਜਾਂਦੀ ਹੈ ਜੀ, ਇੱਦਾਂ ਦੀ ਗੱਲਬਾਤ। ਹਾਂਜੀ ਬਿਲਕੁਲ ਸਹੀ ਹੈ, ਮ੍ਰਿਤੂ ਵੀ ਹੋ ਜਾਂਦੀ ਆ, ਉਹਦੇ ਬਾਅਦ ਉਹਨੂੰ ਹੋਰ ਵੀ ਕਿਸੇ ਤਰ੍ਹਾਂ ਦਾ ਵੀ ਉਹਨੂੰ ਦੰਡ ਮਿਲ ਸਕਦਾ, ਨੁਕਸਾਨ ਕਹਿਣ ਦਾ ਮਤਲਬ ਉਹਦਾ ਨੁਕਸਾਨ ਹੋ ਜਾਏਗਾ ਜਾਂ ਉਹਨੂੰ ਕੋਈ ਸਜ਼ਾ ਜ਼ਰੂਰ ਮਿਲੇਗੀ। ਜੀ ਜੀ ਇਹ ਕੋਈ ਜ਼ਿਆਦਾ ਦੇਰ ਦੀ ਗੱਲ ਨਹੀਂ ਹੈ, ਇਹ ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ ਹੀ 40-50 ਸਾਲ ਦੇ ਵਿੱਚ ਅਸੀਂ ਵੀ ਆਪਣੀ ਆਜੂ ਦੇ ਵਿੱਚ ਇਹ ਚੀਜ਼ਾਂ ਦੇਖ ਚੁੱਕੇ ਹਾਂ। ਕਿੰਨੀ ਕੁ ਲੰਬਾਈ ਹੋਏਗੀ? ਇੱਕ ਮੈਨੂੰ ਸੁਣ ਕੇ ਆਇਆ ਵੀ ਇਹਦੀ ਕੋਈ ਮਿਣਤੀ ਨਹੀਂ ਹੋਈ ਭਾਜੀ। ਹਾਂਜੀ ਹਾਂਜੀ ਇਹ ਅਸਲੀਅਤ ਇਹ ਆ ਵੀ ਅਸੀਂ ਵੀ ਇਹਨਾਂ ਨੂੰ ਇਹ ਸੁਣਦੇ ਹੀ ਆਏ ਹਾਂ ਹਾਂਜੀ ਹਾਂਜੀ ਕਿ ਕਿਸੇ ਟਾਈਮ ਤੇ ਇਹਦੀ ਜਿਹੜਾ ਨਾਪਤੋਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਮਗਰ ਇਹ ਜਿਹੜਾ ਇਹਦਾ ਨਾਪਤੋਲ ਸਹੀ ਨਹੀਂ ਹੋਇਆ। ਮਿਣਤੀ ਹੋਈ। ਕਹਿੰਦਾ ਮਤਲਬ ਵੀ ਕਿਸੇ ਪਾਸੇ ਨੂੰ ਵੱਧ ਜਾਂਦਾ ਸੀ, ਕਿਸੇ ਪਾਸੇ ਨੂੰ ਘਟ ਜਾਂਦਾ ਸੀ ਇਹ। ਤੇ ਜਿਹੜੇ ਨਾਪਤੋਲ ਕਰਨ ਵਾਲੇ ਉਹ ਇਹ ਚੀਜ਼ ਨੂੰ ਲੈ ਕੇ ਕਨਫਿਊਜ਼ ਹੋ ਗਏ ਤੇ ਨਾਪਤੋਲ ਇਹਦਾ ਨਹੀਂ ਹੋ ਸਕਿਆ ਜੀ। ਬਿਲਕੁਲ ਬਿਲਕੁਲ ਅੱਜ ਤੱਕ ਇਹਦਾ ਨਾਪ ਤੋਲ ਨਹੀਂ ਹੋ ਸਕਿਆ ਜੀ, ਇਹਦੀ ਕੋਈ ਵੀ ਮਿਣਤੀ ਨਹੀਂ ਕਰ ਸਕਿਆ, ਇਹ ਕਹਿਣਾ ਇੱਥੋਂ ਦੇ ਵਸਨੀਕ ਜਿਹੜੇ ਭਾਈ ਸਾਹਿਬ ਨੇ, ਕਿਉਂਕਿ ਇਹ ਪਵਿੱਤਰ ਜੰਗਲ ਹੈ ਜੀ। ਔਰ ਬਾਬਾ ਜੀ ਜਿਹੜੇ ਆ ਇਹ ਕਿੰਨੇ ਕੁ ਸਾਲ ਪੁਰਾਣੀ ਗੱਲ ਹੈ ਜੀ ਤੁਸੀਂ ਦੱਸ ਰਹੇ ਹੋ? ਇਹ 300-400 ਈਸਵੀ ਦੀ ਤਕਰੀਬਨ ਗੱਲ ਹੈ ਜੀ। 400 ਈਸਵੀ। ਹਾਂਜੀ ਹਾਂਜੀ ਠੀਕ ਹੈ ਜੀ। ਹੋਰ ਵੀ ਜਿਹੜੇ ਇੱਥੇ ਦਿਖਾਣਾ ਵਾ ਜੀ, ਬਾਬਾ ਜੀ ਦੀ ਸਮਾਧੀ ਦੇ ਬਿਲਕੁਲ ਨਾਲ ਹੀ ਮਾਤਾ ਜੀ ਦਾ ਦਰਬਾਰ ਹੈ ਜੀ, ਸੁੰਦਰ ਦਰਬਾਰ। ਮੈਂ ਤੁਹਾਨੂੰ ਦਿਖਾਉਣਾ, ਦੇ ਦਰਸ਼ਨ ਕਰੋ ਜੀ, ਤੁਸੀਂ ਘਰ ਬੈਠੇ ਮਾਤਾ ਜੀ ਦਰਸ਼ਨ ਕਰੋ, ਸੁੰਦਰ ਦਰਬਾਰ ਹੈ ਬਿਲਕੁਲ ਜੀ। ਮਾਂ ਦੁਰਗਾ ਜੀ ਦਾ ਦਰਬਾਰ ਹੈ ਜੀ, ਪਵਿੱਤਰ ਸਥਾਨ ਬਾਬਾ ਬਨਖੰਡੀ ਧਾਮ ਜਿਹੜਾ ਤੁਹਾਨੂੰ ਉਹਦੇ ਦਰਸ਼ਨ ਕਰਾ ਰਹੇ ਹਾਂ। ਔਰ ਇੱਥੇ ਵਿਸ਼ਾਲ ਇੱਕ ਸ਼ਿਵਲਿੰਗ ਵੀ ਹੈ ਜੀ, ਇਸ ਸ਼ਿਵਲਿੰਗ ਤੁਹਾਨੂੰ ਦਰਸ਼ਨ ਕਰਾਉਂਦੇ ਆ। ਇੱਥੋਂ ਦੇ ਵਸਨੀਕ ਦੱਸਦੇ ਨੇ ਇਸ ਸ਼ਿਵਲਿੰਗ ਦੀ ਪਾਵਰ ਵੀ ਦੱਸੀ ਉਹਨਾਂ ਨੇ, ਬਹੁਤ ਹੀ ਪਵਿੱਤਰ ਸ਼ਿਵਲਿੰਗ ਹੈ ਜੀ ਭਾਜੀ। ਜੀ ਇਹ ਜਿਹੜੀ ਸ਼ਿਵਰਾਤਰੀ ਇਸੇ ਸਾਲ 2020 ਦੇ ਵਿੱਚ ਜਿਹੜੀ ਸ਼ਿਵਰਾਤਰੀ ਹੁਣੇ ਥੋੜ੍ਹੇ ਦਿਨ ਪਹਿਲੇ ਹੋਈ ਹੈ ਜੀ, ਉਸੇ ਦਿਨ ਰਾਤ ਨੂੰ ਇਹਨਾਂ ਦੇ ਵਿੱਚ ਨਾ ਜਿਹੜਾ ਇਹ ਬਾਬਾ ਦੀ ਸ਼ਿਵ ਜੀ ਹੁੰਦੀ ਜਿਹੜੀ ਪਿੰਡੀ ਹੈ, ਹਾਂਜੀ ਹਾਂਜੀ ਇਹਦੇ ਵਿੱਚ ਇੱਕ ਨਾ ਦੁਧੀਆ ਰੰਗ ਦੀ ਜਿਹੜੀ ਨਾ ਬਿਲਕੁਲ ਲਾਈਟ ਪ੍ਰਗਟ ਹੋਈ ਹੈ, ਜੀ, ਜਿਹੜੀ ਸਾਡੇ ਇੱਥੇ ਕੈਮਰੇ ਲੱਗੇ ਨੇ CC ਉਹਦੇ ਸੀਸੀ ਕੈਮਰਿਆਂ ਦੇ ਵਿੱਚ ਜਿਹੜੀ ਰਿਕਾਰਡਿੰਗ ਹੋਈ ਹੈ ਇਹਦੀ। ਅੱਛਾ ਜੀ। ਤੇ ਬਕਾਇਦਾ ਉਹ ਜਿਹੜੀ ਲਾਈਟ ਆ ਉਹਨੇ ਪੂਰਾ ਦੁੱਧ ਰੰਗ ਦਾ ਇਹਨੂੰ ਕਵਰ ਕੀਤਾ ਸੀ। ਅੱਛਾ ਜੀ। ਹਾਂਜੀ ਇਹ ਇੱਕ ਅਜੂਬਾ ਹੋਇਆ ਜਾਂ ਸ਼ਕਤੀ ਸਮਝ ਲਓ। ਬਿਲਕੁਲ ਬਿਲਕੁਲ ਜੀ। ਦੇਖੋ ਸ਼ਿਵਲਿੰਗ ਵਿੱਚ ਜਿਹੜਾ ਸ਼ਿਵਰਾਤਰੀ ਵਾਲੇ ਦਿਨ ਦੱਸਦੇ ਪਏ ਭਾਜੀ ਵੀ ਇੱਥੇ ਜੋਤ ਦੇ ਦਰਸ਼ਨ ਹੋਏ ਆ ਜੀ, ਔਰ ਵਾਈਟ ਕਲਰ ਦੀ ਜੋਤ ਹੈ ਜਿਹਦੇ ਦਰਸ਼ਨ ਹੋਏ। ਔਰ ਇੱਥੇ ਸੀਸੀ ਕੈਮਰੇ ਲੱਗੇ ਆ ਜੀ, ਸੀਸੀ ਕੈਮਰੇ ਲੱਗੇ ਜਿਹੜੇ ਉਹਨਾਂ ਵਿੱਚ ਰਿਕਾਰਡਿੰਗ ਹੋਈ ਆ, ਔਰ ਫਿਰ ਪਤਾ ਚੱਲਿਆ ਵੀ ਇਹ ਚੀਜ਼ ਇੱਥੇ ਪ੍ਰਗਟ ਹੋਈ ਹੈ। ਬਹੁਤ ਹੀ ਪਵਿੱਤਰ ਜਿਹੜਾ ਦਰਬਾਰ ਹੈ ਜੀ ਇਹ, ਔਰ ਇਹ ਪਵਿੱਤਰ ਸ਼ਿਵਲਿੰਗ ਹੈ ਇੱਥੇ ਜੀ। ਮੈਂ ਤੁਹਾਨੂੰ ਜੰਗਲ ਦੇ ਵੀ ਦਰਸ਼ਨ ਕਰਾਏ ਆ, ਔਰ ਤੁਹਾਨੂੰ ਦਰਬਾਰ ਦੇ ਵੀ ਦਰਸ਼ਨ ਕਰਾਏ ਆ। ਹੁਣ ਥੱਲੇ ਚੱਲਦੇ ਆਪਾਂ ਜੀ, ਥੱਲੇ ਨੀਚੇ ਤਲਾਬ ਦੇ ਦਰਸ਼ਨ ਕਰਦੇ ਹਾਂ। ਨੀਚੇ ਇੱਕ ਸੁੰਦਰ ਤਲਾਬ ਵੀ ਬਣਾਇਆ ਗਿਆ ਜੀ। ਇਸ ਧਾਮ ਵਿੱਚ ਇੱਕ ਪਵਿੱਤਰ ਸਰੋਵਰ ਵੀ ਹੈ ਜੀ, ਇਹ ਸਰੋਵਰ ਬਣਾਇਆ ਦਾ ਵਾ, ਬੜਾ ਹੀ ਪਵਿੱਤਰ ਸਰੋਵਰ ਹੈ। ਇਹ ਦਰਬਾਰ ਦੀ ਮਹਿਮਾ ਜਿਹੜੀ ਹੈ ਕਿਆ ਹੀ ਬਾਤ ਹੈ ਜੀ। ਭਾਈ ਕੀ ਦੱਸ ਰਹੇ ਸਰੋਵਰ ਦੀ ਤੁਸੀਂ ਕਹਾਣੀ ਮੈਨੂੰ? ਇਹ ਸਰੋਵਰ ਦੀ ਇੱਥੋਂ ਕੋਈ 2 ਸਾਲ ਪਹਿਲੇ, ਤਕਰੀਬਨ 2 ਸਾਲ ਪਹਿਲੇ ਜੂਨ ਮਹੀਨੇ ਕੋਈ 5 ਸਾਲ ਦਾ ਬੱਚਾ ਨਾ ਇਹਦੇ ਵਿੱਚ ਜਿਹੜਾ ਡੁੱਬ ਗਿਆ ਸੀ ਖੇਲਦਾ, ਤੇ ਉਹ ਬੱਚੇ ਨੂੰ ਡਾਕਟਰਾਂ ਨੇ ਵੀ ਡਿਕਲੇਅਰ ਕਰਤਾ ਵੀ ਇਹ ਬੱਚਾ ਡੈਥ ਹੋ ਗਿਆ ਹੈ। ਅੱਛਾ ਜੀ। ਤੇ ਡਾਕਟਰ ਨੇ ਆਪਣੇ ਵੱਲੋਂ ਕਹਿਣ ਦਾ ਮਤਲਬ ਵੀ ਟਾਲ ਕੇ ਉਹਨੂੰ ਕਿਹਾ ਵੀ ਇਹਨੂੰ ਕਿਸੇ ਵੱਡੇ ਹਸਪੀਟਲ ਲੈ ਜਾਓ। ਤੇ ਉਹਨੂੰ ਜਿਹੜੇ ਹਸਪੀਟਲ ਲੈ ਕੇ ਜਾ ਰਹੇ ਸੀ ਤੇ ਕੋਈ 10 ਕਿਲੋਮੀਟਰ ਦੀਨਾਨਗਰ ਦੇ ਨੀਅਰੈਸਟ ਨਜ਼ਦੀਕ ਪਹੁੰਚਦੇ ਉਹ ਬੱਚੇ ਨੇ ਇੱਕ ਲੰਬੀ ਜਿਹੀ ਸਾਹ ਲਈ ਹੈ, ਤੇ ਉਹ ਬੱਚਾ ਕਹਿਣ ਦਾ ਮਤਲਬ ਵੀ ਦੁਬਾਰਾ ਉਹਨੂੰ ਜਿਹੜਾ ਆਪਣੀ ਹੋਸ਼ 'ਚ ਆ ਗਿਆ। ਉਹ ਜਿਹੜਾ ਇੱਕ ਨਾਮੇਦ ਕੰਮ ਜਿਹਾ ਹੋਇਆ। ਸਾਡੀ ਵੀ ਇਹੋ ਅਰਦਾਸ ਸੀ ਬਾਬੇ ਹੁੰਦੇ ਅੱਗੇ ਕਿ ਬਾਬਾ ਜੀ ਤੁਹਾਡੇ ਚਰਨਾਂ ਦੇ ਵਿੱਚ ਐਡੀ ਵੱਡੀ ਗੱਲ ਹੋ ਗਈ ਹੈ, ਇੱਕ ਬੜੀ ਵੱਡੀ ਸਾਡੇ ਇੱਕ ਬਦਨਾਮੀ ਸਮਝ ਲਓ ਜਾਂ ਕੁਛ ਵੀ ਸਮਝ ਲਓ, ਤੇ ਉਹ ਬੱਚੇ ਨੂੰ ਦੁਬਾਰਾ ਬਾਬੇ ਨੇ ਉਹਨਾਂ ਦੀ ਜ਼ਿੰਦਗੀ ਬਖਸ਼ੀ ਔਰ ਬੱਚਾ ਬਿਲਕੁਲ ਠੀਕ ਠਾਕ ਹੈ। ਦੇਖੋ ਕਿੱਡੀ ਵੱਡੀ ਗੱਲ ਹੈ ਜੀ। ਛੋਟਾ ਬੱਚਾ ਜਿਹੜਾ ਕਿ 5 ਸਾਲ ਦਾ, ਉਹਦੀ ਇਸ ਤਲਾਬ ਵਿੱਚ ਡਿੱਗਣ ਨਾਲ ਮ੍ਰਿਤੂ ਹੋ ਗਈ, ਉਹਦੀ ਡੈਡ ਘੋਸ਼ਿਤ ਕਰਤਾ ਉਹਨੂੰ। ਪਰ ਦੇਖੋ ਪ੍ਰਭੂ ਦੀ ਇੰਨੀ ਕਿਰਪਾ ਵਾ, ਬਾਬਾ ਜੀ ਦੀ ਇੰਨੀ ਕਿਰਪਾ ਵਾ ਵੀ ਉਸ ਬੱਚੇ ਨੂੰ ਦੁਬਾਰਾ ਜੀਵਨ ਮਿਲ ਗਿਆ, ਦੁਬਾਰਾ ਜੀਵਨ ਮਿਲਿਆ ਜੀ। ਇਹ ਬੜੀ ਵੱਡੀ ਗੱਲ ਹੈ, ਕੋਈ ਛੋਟੀ ਗੱਲ ਨਹੀਂ ਆ। ਔਰ ਮੈਂ ਇੱਕ ਵਾਰੀ ਫਿਰ ਤੁਹਾਨੂੰ ਘੁਮਾ ਕੇ ਦਿਖਾਣਾ ਦਰਸ਼ਨ ਜੀ। ਇਹ ਸੁੰਦਰ ਜਿਹੜਾ ਬਾਬਾ ਜੀ ਦਾ ਦਰਬਾਰ ਹੈ ਜੀ, ਬਾਬਾ ਬਨਖੰਡੀ ਧਾਮ, ਇਹ ਦਰਬਾਰ ਆ, ਬਹੁਤ ਹੀ ਪਵਿੱਤਰ ਦਰਬਾਰ ਹੈ ਜੀ। ਇਹਦੇ ਤੁਹਾਨੂੰ ਦਰਸ਼ਨ ਮੈਂ ਕਰਾ ਰਿਹਾ ਵਾਂ। ਮੈਂ ਇੱਕ ਸੋਚ ਲੈ ਕੇ ਚੱਲਿਆ ਹਾਂ ਵੀ ਤੁਹਾਨੂੰ ਘਰ ਬੈਠੇ ਹੀ ਆਪਣੇ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨ ਉਹਦੇ ਦਰਸ਼ਨ ਕਰਾਉਣੇ ਆ ਜੀ। ਸੋ ਇਸੇ ਮੁਹਿੰਮ ਤਹਿਤ ਅੱਜ ਤੁਹਾਨੂੰ ਮੈਂ ਬਨਖੰਡੀ ਧਾਮ ਲੈ ਕੇ ਆਇਆ ਹਾਂ ਜੀ। ਉਹ ਇੱਥੋਂ ਦੇ ਤੁਹਾਨੂੰ ਦਰਸ਼ਨ ਕਰਾਏ ਆ, ਇੱਥੋਂ ਜੰਗਲ ਦੀ ਕਹਾਣੀ ਦਿਖਾਈ ਆ। ਜੰਗਲ ਦੀ ਕਹਾਣੀ ਇੱਕ ਵਾਰੀ ਫਿਰ ਭਾਜੀ ਨੂੰ ਪੁੱਛ ਲੈਣੇ ਆ। ਭਾਜੀ ਇੱਕ ਵਾਰੀ ਫਿਰ ਦੱਸਿਓ ਮੈਨੂੰ ਵੀ ਇਹ ਜਿਹੜਾ ਆਪਣਾ ਸੱਤਿਆ ਗੱਲ ਆ ਜਿਹੜੀ ਕਹਿ ਰਹੇ ਵੀ ਜੰਗਲ ਦੀ ਲੱਕੜੀ ਕੱਟ ਕੇ ਖੜਨਾ ਆਦਮੀ ਦੀ ਮ੍ਰਿਤੂ ਹੋ ਜਾਂਦੀ ਹੈ ਜੀ। ਹਾਂਜੀ ਇਹਦੀ ਲੱਕੜੀ ਤੁਸੀਂ ਬਿਲਕੁਲ ਕਿਸੇ ਵੀ ਕੰਮ 'ਚ, ਘਰ ਦੇ ਘਰੇਲੂ ਕੰਮ 'ਚ ਇਸਤੇਮਾਲ ਨਹੀਂ ਕਰ ਸਕਦੇ। ਅਗਰ ਤੁਸੀਂ ਜ਼ਬਰਦਸਤੀ ਇਹਦੀ ਕੋਈ ਕੋਸ਼ਿਸ਼ ਕਰੋਗੇ ਲੱਕੜੀ ਤਾਂ ਤੁਹਾਨੂੰ ਕੋਈ ਨਾ ਕੋਈ ਉਹਦਾ ਨੁਕਸਾਨ ਜ਼ਰੂਰ ਭੁਗਤਣਾ ਪਏਗਾ। ਨੁਕਸਾਨ ਵੀ ਤੁਹਾਡੀ ਉਹਦੀ ਮ੍ਰਿਤੂ ਵੀ ਹੋ ਸਕਦੀ ਹੈ, ਨਹੀਂ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਜ਼ਰੂਰ ਹੋਏਗਾ। ਤੇ ਇਹ ਜੋ ਲੱਕੜੀ ਹੈ ਸਿਰਫ ਬਾਬੇ ਹੁੰਦੇ ਪਵਿੱਤਰ ਭੰਡਾਰੇ ਲਈ ਜਾਂ ਬਾਬੇ ਹੁੰਦੇ ਧੂਣੇ ਦੇ ਕੰਮ ਆਉਂਦੀ ਹੈ, ਜਾਂ ਕੋਈ ਜਿਹੜਾ ਪਿੰਡ ਨਿਵਾਸੀ ਕੋਈ ਸੰਸਕਾਰ ਹੋ ਜਾਂਦਾ ਉਹਦੇ ਦਾਹ ਸੰਸਕਾਰ ਦੇ
ਕੰਮ ਆਉਂਦੀ ਹੈ ਲੱਕੜੀ, ਬਾਕੀ ਅਦਰਵਾਈਜ਼ ਇਹ ਕਿਸੇ ਵੀ ਕੰਮ ਨਹੀਂ ਆਉਂਦੀ। ਬਿਲਕੁਲ ਜੀ ਬਿਲਕੁਲ। ਸਿਰਫ ਤਾਂ ਸਿਰਫ ਇਹ ਜਿਹੜੀ ਹੈ ਲੱਕੜੀ ਆ ਬਾਬਾ ਜੀ ਦੇ ਧੂਣੇ 'ਚ ਇਸਤੇਮਾਲ ਹੁੰਦੀ ਹੈ ਜੀ, ਜਾਂ ਇਸ ਇਲਾਕੇ ਦਾ ਜੇ ਕਿਸੇ ਆਦਮੀ ਦੀ ਡੈਥ ਹੋ ਜਾਂਦੀ ਆ ਤਾਂ ਉਹਦੇ ਸੰਸਕਾਰ ਵਿੱਚ ਕੰਮ ਹੁੰਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਕੰਮ 'ਚ ਇਹ ਲੱਕੜ ਨਹੀਂ ਆਉਂਦੀ ਜੀ। ਬੜੀ ਵੱਡੀ ਗੱਲ ਹੈ ਜੀ। ਔਰ ਇਸ ਲੱਕੜ ਨੂੰ ਕੱਟ ਕੇ ਜਿਹੜਾ ਘਰ ਖੜਦਾ ਜੀ, ਉਹ ਇੱਥੋਂ ਦੇ ਵਸਨੀਕ ਦੱਸਦੇ ਨੇ ਵੀ ਉਹਦੇ ਘਰ ਵਿੱਚ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਜੀ, ਹਾਂ, ਜਾਂ ਉਹਦੀ ਮ੍ਰਿਤੂ ਵੀ ਹੋ ਸਕਦੀ ਹੈ ਜੀ। ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਵਾਪਰੇਗਾ ਜੀ, ਜਿਹੜਾ ਇਹ ਲੱਕੜ ਕੱਟ ਕੇ ਆਪਣੇ ਘਰ ਖੜੇਗਾ। ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਾਜੂ ਬਾਬਾ ਦੀ ਵਿਸ਼ੇਸ਼ ਰਿਪੋਰਟ।